ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਕਰਨ ਕੌਰ ਬਰਾੜ ਜੀ ਦੇ ਨਾਲ, ਜੋ ਕਿ ਹਲਕਾ ਸ਼੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ। ਕਰਨ ਕੌਰ ਬਰਾੜ ਜੀ ਸਾਬਕਾ ਐਮਐਲਏ ਨੇ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਜੀ ਦੇ ਡਾਟਰ ਇਨ ਲਾਅ ਨੇ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ। ਕਰਨ ਕੌਰ ਬਰਾੜ ਜੀ ਨੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਬੇਹੱਦ ਤਾਰੀਫ ਕੀਤੀ। ਉਹਨਾਂ ਨੇ ਕਿਹਾ ਚਰਨਜੀਤ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਮੁੜ ਹੁੰਗਾਰਾ ਮਿਲਿਆ ਹੈ। ਜੇਕਰ ਹਲਕਾ ਮੁਕਤਸਰ ਸਾਹਿਬ ਦੇ ਲੋਕ ਉਹਨਾਂ ਨੂੰ ਪਿਆਰ ਦਿੰਦੇ ਨੇ ਤਾਂ ਉਹ ਮੁਕਤਸਰ ਸਾਹਿਬ ਦਾ ਵਿਕਾਸ ਬਹੁਤ ਹੀ ਤੇਜ਼ੀ ਨਾਲ ਕਰਨਗੇ ਅਤੇ ਸ਼੍ਰੀ ਮੁਕਤਸਰ ਸਾਹਿਬ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਉਣਗੇ। ਆਓ ਕਰਦੇ ਹਾਂ ਗੱਲਬਾਤ ਕਰਨ ਕੌਰ ਬਰਾੜ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਸ ਜਾਂਬਾਜ਼ ਮਹਿਲਾ ਦੇ ਨਾਲ ਜਿਹਨੇ ਸਾਰੀ ਜ਼ਿੰਦਗੀ ਜਿਹੜੀ ਹੈਗੀ ਆ ਸੇਵਾ ਕੀਤੀ ਹੈ ਔਰ ਚਿੱਟੀ ਚਾਦਰ ਤੇ ਇਸ ਪਰਿਵਾਰ ਨੇ ਕਦੇ ਦਾਗ ਨਹੀਂ ਲੱਗਣ ਦਿੱਤਾ ਹੈਗਾ। ਸਾਡੀ ਮੁਰਾਦ ਆ। ਤੁਹਾਡਾ ਸਵਾਗਤ ਹੈ ਜੀ ਸਾਡੇ ਸਪੈਸ਼ਲ ਸ਼ੋਅ 'ਚ। ਬਹੁਤ ਮਿਹਰਬਾਨੀ ਜੀ। ਦੇਖੋ ਜੀ, ਚੰਨੀ ਜੀ ਤੀਜੀ ਵਾਰੀ ਬਣੇ ਨੇ ਐਮਐਲਏ, ਮਗਰ ਇਹ ਉੱਠੇ ਨੇ ਬਿਲਕੁਲ ਗਰੀਬੀ ਦੇ ਵਿੱਚੋਂ, ਐਡੂਕੇਟਡ ਨੇ। ਜੋ ਵੀ ਉਹਨਾਂ ਨੇ ਕੀਤਾ ਹੈਗਾ ਬੜਾ ਸੋਚ ਸਮਝ ਕੇ ਕੀਤਾ। ਮੇਰਾ ਖਿਆਲ ਹੈ 111 ਦਿਨਾਂ ਦੇ ਵਿੱਚ ਇਹਨੇ ਕੋਈ ਇੱਕ ਵੀ ਗਲਤ ਗੱਲ ਨਹੀਂ ਕੀਤੀ, ਔਰ ਜਿਹੜੀਆਂ ਇਹਨਾਂ ਨੇ ਦਿੱਤੀਆਂ ਨੇ ਰਿਆਇਤਾਂ ਉਹ ਸਾਰੀਆਂ ਬੜੀ ਸੋਚ ਸਮਝ ਕੇ ਤੇ ਪ੍ਰੈਕਟੀਕਲੀ ਕੀਤੀਆਂ। ਵੱਡੀ ਗੱਲ ਤਾਂ ਇਹ ਹੈ, ਇਹਨਾਂ ਨੇ ਕਿਸੇ ਨੂੰ ਜਿਵੇਂ ਕਹੀਦਾ ਨਾ ਕਿ ਕਰਜ਼ੇ ਮਾਫੀ ਵਗੈਰਾ ਨਹੀਂ ਦਿੱਤੇ, ਪ੍ਰੈਕਟੀਕਲੀ ਗੱਲਾਂ ਕੀਤੀਆਂ ਕਿ ਜਿਵੇਂ ਆਪਣੇ 2 ਕਿਲੋਵਾਟ ਮਾਫ ਹੋਏ ਨੇ ਬਿਜਲੀ ਦੇ, ਅਤੇ ਉਸ ਤੋਂ ਬਾਅਦ ਜਿਹੜੇ ਉੱਚੇ ਵਾਲੇ ਵੀ ਜ਼ਿਆਦਾ ਉਹਨਾਂ ਦਾ ਵੀ ਘਟਾਇਆ। ਅੱਜ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਸਸਤੀ ਬਿਜਲੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ। ਇਹ ਕਮਾਲ ਦੀ ਗੱਲ ਹੈ ਕਿਉਂਕਿ ਸੁਖਬੀਰ ਬਾਦਲ ਨੇ ਕਰਤੀ ਸੀ ਸਭ ਤੋਂ ਮਹਿੰਗੀ ਵਿਦ ਪ੍ਰਾਈਵੇਟ ਕੋਆਪਰੇਸ਼ਨਸ ਵਗੈਰਾ। ਇਹਦੇ ਨਾਲ ਬਹੁਤ ਫਰਕ ਪੈਂਦਾ ਹੈ। ਬੰਦਾ ਸਮਝ ਕੇ ਸੋਚ ਸਮਝ ਕੇ ਜੋ ਵੀ ਕਰ ਰਿਹਾ। ਆ ਵਾਟਰ ਵਰਕਸ ਨੂੰ ਦੇਖ ਲਓ, ਪੈਂਡਿੰਗ ਬਿਲਸ ਕਿਤੇ ਮੈਂ ਗਈ ਹਾਂ ਆਪਣਾ ਪਿੰਡਾਂ ਦੇ ਵਿੱਚ 35 ਲੱਖ ਪੈਂਡਿੰਗ ਸੀ। ਉਹ ਸਾਰੀਆਂ ਗਵਰਨਮੈਂਟ ਕਹਿੰਦੇ ਆ ਅਸੀਂ ਪੇ ਕਰ ਦੇਣੀ ਹੈ, ਔਰ ਇਸ ਤੋਂ ਬਾਅਦ ਜੁਮਾ ਵੀ ਸਾਡਾ ਕਿ ਅਸੀਂ ਇਹਨਾਂ ਨੂੰ ਫੰਡ ਕਰਾਂਗੇ। ਇਹ ਪ੍ਰੈਕਟੀਕਲ ਗੱਲਾਂ ਜਿਹੜੀਆਂ ਇਹ ਖਾਲੀ ਉਹ ਇਨਸਾਨ ਕਰ ਸਕਦਾ ਜੋ ਆਪਣੇ ਪੈਰ ਜ਼ਮੀਨ 'ਤੇ ਰੱਖੂਗਾ। ਦੇਖੋ ਜੀ, ਲਾਲ ਲਕੀਰ ਵਾਲੀ ਜਿਹੜੀ ਗੱਲ ਹੈ, ਮਾਲਕੀਅਤ ਉਹਨਾਂ ਦੇ ਨਾਮ ਨਹੀਂ ਸੀ ਮਗਰ ਉੱਥੇ ਰਹਿ ਰਹੇ ਸੀ। ਕਈ ਤਾਂ 50 60 70 ਸਾਲ ਦੇ ਉੱਥੇ ਰਹਿ ਰਹੇ ਸੀ, ਸੋ ਪ੍ਰੈਕਟੀਕਲੀ ਉਹਨਾਂ ਦੀ ਆਪਣੀ ਸੀ। ਇਹ ਤਾਂ ਬਸ ਕਾਗਜ਼ੀ ਕਾਰਵਾਈ ਕਰਨ ਦੀ ਲੋੜ ਸੀਗੀ। ਕਿੰਨੀ ਸਿਆਣੀ ਗੱਲ ਕੀਤੀ। ਅਤੇ ਜਿਹੜੇ ਆਪਣੀ ਗੱਲ ਕਰ ਰਹੇ ਕਿ ਜਿਹੜੇ ਬੇਜ਼ਮੀਨ ਜਿਨ੍ਹਾਂ ਦੇ ਕੋਲ ਘਰ ਹੈ ਨਹੀਂ ਉਹਨਾਂ ਦੇ ਪਲਾਟਸ 'ਤੇ ਲੀਪ ਕੀਤਾ ਹੈ, ਇਹ ਪਹਿਲੇ ਬੰਦੇ ਨਹੀਂ ਜਿਨ੍ਹਾਂ ਨੇ ਕੀਤਾ, ਇਹ ਬਰਾੜ ਸਾਹਿਬ ਨੇ ਵੀ ਕੀਤਾ ਸੀ। ਮੇਰੇ ਫਾਦਰ ਇਨ ਲਾਅ ਸਰਦਾਰ ਹਰਚਰਨ ਸਿੰਘ ਬਰਾੜ ਨੇ ਕਈ ਜਗ੍ਹਾ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਕਾਲੋਨੀਆਂ ਇਕੱਠੀਆਂ ਸੀਗੀਆਂ ਅਤੇ ਲੋਕਾਂ ਨੂੰ ਉਦੋਂ ਵੀ ਮੁਫਤ ਦਿੱਤੀ ਸੀਗੀ ਜ਼ਮੀਨ। ਮਗਰ ਚੰਨੀ ਜੀ ਨੇ ਵੀ ਇਹ ਸੋਚਿਆ ਇਹਦੇ ਬਾਰੇ। ਇਹ ਬਹੁਤ ਵੱਡੀ ਗੱਲ ਹੈ। ਦੇਖੋ ਜੀ, ਇਮਾਨਦਾਰੀ ਜ਼ਰੂਰੀ ਚੰਗੀ ਚੀਜ਼ ਹੈ, ਮਗਰ ਇਹਦੇ ਨਾਲ ਨੀਅਤ ਕੰਮ ਕਰਨ ਦੀ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਇਮਾਨਦਾਰ ਕਈ ਲੋਕ ਹੁੰਦੇ ਆ, ਆਪਾਂ ਇੱਕੋ ਨਹੀਂ ਹੈ ਪਰਿਵਾਰ ਸਾਰੀ ਦੁਨੀਆ ਦੇ ਵਿੱਚ ਜਿਹੜੇ ਇਮਾਨਦਾਰ ਹੈ, ਮਗਰ ਜਿਹੜਾ ਸੇਵਾ ਦੀ ਭਾਵਨਾ ਹੈ ਨਾ ਉਹ ਕਈਆਂ ਦੇ ਵਿੱਚ ਨਹੀਂ ਹੁੰਦੀ। ਹੁਣ ਪੋਲੀਟਿਕਸ ਦੇ ਵਿੱਚ ਮੈਂ ਦੇਖਿਆ ਆਮ ਤੌਰ ਜਿਹੜਾ ਵੀ ਆਉਂਦਾ ਸਿਆਸਤ ਵਿੱਚ ਉਹ ਸੋਚਦਾ ਕਿ ਇਹਦੇ ਵਿੱਚ ਮੇਰਾ ਕੀ ਫਾਇਦਾ ਹੈ। ਅਸੀਂ ਕਹਿੰਦੇ ਹਾਂ ਲੋਕਾਂ ਦਾ ਕੀ ਫਾਇਦਾ ਹੈ। ਮੇਰਾ ਜਦ ਨਵਾਂ ਵਿਆਹ ਹੋਇਆ ਸੀ ਨਾ ਜੀ, ਮੈਨੂੰ ਬਰਾੜ ਸਾਹਿਬ ਮੇਰੇ ਫਾਦਰ ਇਨ ਲਾਅ ਨੇ ਆਪਣੇ ਕੋਲ ਬਿਠਾਇਆ ਔਰ ਉਦੋਂ ਉਹਨਾਂ ਨੇ ਇੱਕੋ ਗੱਲ ਮੈਨੂੰ ਕਹੀ ਸੀ। ਉਹਨਾਂ ਨੇ ਕਿਹਾ ਸੀ, ਬੇਟਾ ਆਹ ਜਿਹੜੀ ਧਰਤੀ ਹੈ ਨਾ, ਇੱਥੇ ਸਾਡੇ ਦੂਜੇ ਪਾਤਸ਼ਾਹੀ ਦਾ ਜਨਮ ਸਥਾਨ ਹੈ, ਗੁਰੂ ਅੰਗਦ ਦੇਵ ਜੀ ਦਾ। ਜਿੱਥੇ ਸਾਡਾ ਪਿੰਡ ਹੈ, ਅਸੀਂ ਕਦੀ ਵੀ ਇਸ ਮਿੱਟੀ ਦੀ ਉਲੰਘਣਾ ਨਹੀਂ ਕਰਨੀ। ਉਹ ਪੱਲੇ ਬੰਨੀ ਹੋਈ ਹੈ ਗੱਲ। ਬਰਾੜ ਸਾਹਿਬ ਚਿੱਟੀ ਚਾਦਰ ਪੰਜਾਬ ਦੇ ਕਹਿੰਦੇ ਆ। ਮੈਨੂੰ ਬੜਾ ਮਾਣ ਹੈ ਇਸ ਦੇ ਉੱਤੇ। ਸਾਡਾ ਸਿਰ ਉੱਚਾ ਹੁੰਦਾ ਇਹ ਸੋਚ ਕੇ। ਮੇਰੇ ਮਦਰ ਇਨ ਲਾਅ ਨੇ ਉਹ ਜ਼ਮਾਨੇ ਮੋਹਾਲੀ ਬਣਾਈ ਸੀ ਹਾਊਸਿੰਗ ਮਿਨਿਸਟਰ ਬਣ ਕੇ, ਇੱਕ ਪਲਾਟ ਨਹੀਂ ਲਿਆ। ਬਰਾੜ ਸਾਹਿਬ ਨੇ ਜਦ ਇੱਥੇ ਜ਼ਿਲ੍ਹਾ ਬਣਾਇਆ, ਕੋਈ ਹੋਰ ਹੁੰਦਾ ਕਹਿੰਦੇ ਕਿ 5-10 ਏਕੜ ਨੇੜੇ ਤੇੜੇ ਖਰੀਦ ਲਓ, 1 ਇੰਚ ਜ਼ਮੀਨ ਨਹੀਂ ਲਈ। ਮੈਨੂੰ ਆਈ ਐਮ ਵੈਰੀ ਪ੍ਰਾਊਡ ਆਫ ਦਿਸ। ਦੇਖੋ, ਇਹ ਜਿਹੜਾ ਸ਼ਹਿਰ ਹੈ ਨਾ, ਇਹਨੂੰ ਪਹਿਲੇ ਕਹਿੰਦੇ ਸੀਗੇ ਖਿਦਰਾਣੇ ਦੀ ਢਾਬ ਹੁੰਦੀ ਹੈ ਪੌਂਡ, ਕਿ ਨੀਵੀਂ ਥਾਂ। ਉਹ ਨੀਵੀਂ ਥਾਂ ਮੈਨੂੰ ਯਾਦ ਹੈ ਜਦ ਮੈਂ ਪਹਿਲੇ ਇੱਥੇ ਬਾਹਰ ਨਿਕਲੀ ਸੀ 1977 ਦੇ ਵਿੱਚ, ਜਗ੍ਹਾ ਹਰ ਇੱਕ ਸੜਕ 'ਤੇ ਦੋਨੋਂ ਪਾਸੇ ਨਾਲੀਆਂ ਹੁੰਦੀਆਂ ਸੀ। ਹੁਣ ਜਿਹੜੀ ਲੋਕ ਟਾਈਲਿੰਗ ਨਾਲ ਇਹਨਾਂ ਨੇ ਕਾਰਪੇਟ 'ਚ ਵਿਛਾਤੇ ਨੇ, ਖਾਲੀ ਸੀਵਰੇਜ ਸਿਸਟਮ ਹੈ ਜਿਹਦੇ ਵਿੱਚੋਂ ਨਿਕਾਸੀ ਹੁੰਦੀ ਹੈ। ਮੈਂ ਗੱਲ ਕੀਤੀ ਹੋਈ ਹੈ ਆਪਣੇ ਈਓ ਸਾਹਿਬ ਨਾਲ ਆਪਣੇ ਮਿਊਨਸਿਪੈਲਿਟੀ ਦੇ ਵਿੱਚ ਕਿ ਇੱਥੇ ਸਟੋਰਮ ਡਰੇਨਸ ਜਾਣੀਆਂ ਬਹੁਤ ਜ਼ਰੂਰੀ ਹੈ, ਨਹੀਂ ਤਾਂ ਨਿਕਾਸੀ ਕਿੱਥੋਂ ਆਊ। ਜਗ੍ਹਾ ਜਿੱਥੇ ਛੱਪੜ ਹੁੰਦੇ ਸੀ ਹੁਣ ਉੱਥੇ ਮਾਰਕੀਟਸ ਬਣ ਕੇ ਉਹਨਾਂ ਨੇ ਭਰ ਦਿੱਤਾ। ਅਤੇ ਇਹ ਜਿਹੜਾ ਸ਼ਹਿਰ, ਪੁਰਾਣਾ ਸ਼ਹਿਰ ਜਿਹੜਾ ਨਾ, ਇਹ ਪਵਿੱਤਰ ਸ਼ਹਿਰ ਹੁੰਦਾ ਸੀ, ਮਗਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੁਣ ਸੀਵਰੇਜ ਨਾਲ ਲੱਥਪੱਥ ਹੈ। ਆ ਜਿਹੜੇ ਹੈਗੇ ਨਾ ਮੈਰੀਟੋਰੀਅਸ ਸਕੂਲਸ, ਇਹਦੇ ਵਿੱਚ ਇਹਨਾਂ ਨੂੰ ਕੋਈ ਉਹੋ ਜਿਹੀ ਟੀਚਿੰਗ ਹੋਣੀ ਚਾਹੀਦੀ ਹੈ ਜਿਹਦੇ ਨਾਲ ਤੁਹਾਡਾ ਕੋਈ
ਜੌਬ ਐਵੇਂ ਨਾ ਹੋਵੇ, ਕੋਈ ਉਹਦੀ ਹੋਣੀ ਹੈ ਜਿਵੇਂ ਤੁਸੀਂ ਨਾ ਇੰਜੀਨੀਅਰ ਬਣੋ, ਆਰਕੀਟੈਕਟ ਬਣੋ, ਕੋਈ ਉਹੋ ਜਿਹਾ ਜੌਬ ਹੋਣੀ ਚਾਹੀਦੀ ਹੈ ਵੇ ਯੂ ਨੀਡ ਸਮ ਕਾਈਂਡ ਆਫ ਕੁਆਲੀਫਿਕੇਸ਼ਨ। ਇੱਥੇ ਕੀ ਹੁੰਦਾ ਜੀ, ਮੈਂ ਦੇਖਿਆ, ਮੈਂ ਕਈ ਲੋਕ ਮੇਰੇ ਕੋਲ ਆਉਂਦੇ ਨੇ, ਮਾਪੇ ਜਿਹੜੇ ਬਿਲਕੁਲ ਅਨਪੜ੍ਹ, ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾ ਲਿਆ, BA ਕਰਤੀ, ਕੀ ਕਹਿੰਦੇ ਨੇ ਜੀ ਅਸੀਂ ਜੀ BA ਕੀਤੀ। ਮੈਂ ਕਿਹਾ ਕਿਸ ਚੀਜ਼ ਦੇ ਵਿੱਚ? ਜੀ ਹਿਸਟਰੀ ਦੇ ਵਿੱਚ। ਫਿਰ ਤੁਸੀਂ ਟੀਚਰ ਹੀ ਬਣੋਗੇ ਨਾ। ਮੈਂ ਕਹਿੰਦੀ ਪ੍ਰੈਕਟੀਕਲੀ ਪ੍ਰੋਫੈਸ਼ਨਲ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਪਾਸੇ ਲੱਗੀਏ। ਇਹਦੇ ਨਾਲ ਮੈਂ ਇਹ ਵੀ ਕਹੂੰਗੀ ਕਿ ਜ਼ਮੀਨਾਂ ਵਾਲਿਆਂ ਨੂੰ ਬਿਲਕੁਲ ਕੋਈ ਇੰਟਰਸਟ ਨਹੀਂ ਕਿ ਆਪਣੇ ਬੱਚਿਆਂ ਨੂੰ ਕੁਝ ਹੋਰ ਬਣਾਈਏ। ਉਹ ਕਹਿੰਦੇ ਨੇ ਜ਼ਮੀਨ ਹੈਗੀ, ਜ਼ਿੰਦਗੀ ਵਧੀਆ ਲੰਘ ਜਾਊਗੀ। ਜ਼ਰੂਰੀ ਹੈ ਕਿ ਅਸੀਂ ਹੁਣ ਪ੍ਰੋਫੈਸ਼ਨਲਾਈਜ਼ ਆਪਣੇ ਆਪ ਨੂੰ ਕਰੀਏ। ਮੇਰਾ ਚੱਲੇ ਜੀ ਤਾਂ ਮੈਂ ਤਾਂ ਕਹਿੰਦੀ ਹਾਂ ਕਿ ਟੈਕਨੀਕਲ ਐਜੂਕੇਸ਼ਨ ਸਾਰੀ ਜਗ੍ਹਾ ਹੋਣੀ ਚਾਹੀਦੀ ਹੈ, ਔਰ ਨਾਲ ਇੱਥੇ ਦੇਣੇ ਚਾਹੀਦੇ ਆਪਾਂ ਨੂੰ ਓਪਰਚੁਨਿਟੀ ਕਿ ਆਪ ਵੀ ਕੁਛ ਕਰਨ, ਤਾਂ ਹੀ ਕੰਮ ਬਣੂਗਾ। ਬਾਹਰ ਜਿਹੜੇ ਜਾਂਦੇ ਉਹਨਾਂ ਨੂੰ ਇਹ ਨਹੀਂ ਅੱਜ ਤੱਕ ਪਤਾ ਕਿ ਅਸੀਂ ਕੀ ਕਰਨਾ ਉੱਥੇ ਜਾ ਕੇ। ਕਈਆਂ ਨੂੰ ਮੈਂ ਪੁੱਛਿਆ ਤੁਸੀਂ ਬਾਹਰ ਜਾਣਾ, ਤੁਸੀਂ ਉੱਥੇ ਕੀ ਕਰੋ? ਕਹਿੰਦੇ ਕੁਛ ਨਹੀਂ, ਪਤਾ ਨਹੀਂ ਜੀ, ਉੱਥੇ ਜਾ ਕੇ ਪਤਾ ਕਰਾਂਗੇ। ਜਿਹੜੇ ਜਾਂਦੇ ਨੇ, ਮੈਂ ਤੁਹਾਨੂੰ ਦੱਸਦੀ ਹਾਂ ਜੀ, ਮੈਨੂੰ ਇਹਨਾਂ ਨੇ ਆਪਣੀ ਕਾਂਗਰਸ ਸਰਕਾਰ ਨੇ ਪਿਛਲੀ ਵਾਰੀ ਭੇਜਿਆ ਸੀਗਾ ਬਾਹਰ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹ ਪਤਾ ਕਰਨ ਕਿ ਇੱਥੇ ਉਦੋਂ ਫੰਡਸ ਆ ਰਹੇ ਸੀਗੇ ਆਪਣੇ ਆਮ ਆਦਮੀ ਪਾਰਟੀ ਲਈ। ਮੇਰੇ ਨਾਲ ਮਹਾਰਾਣੀ ਪ੍ਰਨੀਤ ਕੌਰ ਗਏ ਸੀਗੇ, ਅਤੇ ਅਸੀਂ ਜਿੱਥੇ ਵੀ ਜਾਂਦੇ ਸੀ ਅਸੀਂ ਦੇਖਦੇ ਸੀ ਕਿ ਬੱਚੇ ਜਿਹੜੇ ਜਾਂਦੇ ਨੇ ਉੱਥੇ ਜਾ ਰਹੇ ਨੇ ਪੜ੍ਹਨ ਲਈ 2 hours ਸਟੱਡੀ ਇਨ ਦ ਵੀਕ, ਬਾਕੀ ਕੋਈ ਬੱਸ ਚਲਾ ਰਿਹਾ, ਕੋਈ ਟੈਕਸੀ ਚਲਾ ਰਿਹਾ। ਮਤਲਬ ਕਮਾਈਆਂ ਦੇ ਸਾਧਨ ਦੇ ਵੱਲ ਜ਼ਰੂਰ ਉਹਨਾਂ ਦਾ ਕੰਮ ਸੀ, ਮਗਰ ਉਹਨਾਂ ਦੀ ਜੋ ਜ਼ਿੰਦਗੀ ਸੀ ਨਾ, ਐਡੀ ਚੰਗੀ ਨਹੀਂ ਸੀ। ਇੱਥੇ ਜੋ ਕੰਮ ਉਹ ਨਹੀਂ ਕਰਨ ਨੂੰ ਤਿਆਰ ਸੀ, ਉੱਥੇ ਕਰ ਰਹੇ ਸੀ, ਕਿਉਂਕਿ ਉੱਥੇ ਪੈਸੇ ਜ਼ਿਆਦਾ ਮਿਲਦੇ ਸੀਗੇ। ਫਿਊਚਰ ਓਵਰ ਹੀਅਰ ਸਾਨੂੰ ਜੌਬ ਓਪਰਚੁਨਿਟੀਜ਼ ਕ੍ਰੀਏਟ ਕਰਨੀਆਂ ਪੈਣੀਆਂ। ਹੁਣ ਮੈਂ ਦੱਸਦੀ ਹਾਂ, ਜਿਵੇਂ ਤੁਹਾਨੂੰ ਐਗਜ਼ਾਮਪਲ ਮੈਂ ਦਿੰਦੀ ਹਾਂ, ਬਰਾੜ ਸਾਹਿਬ ਜਦ ਮੁੱਖ ਮੰਤਰੀ ਬਣੇ ਸੀ, ਇੱਥੇ ਉਹਨਾਂ ਨੇ ਇੰਡਸਟਰੀਅਲ ਹੱਬ ਬਣਾ ਰਹੇ ਸੀਗੇ, ਕੋਟਲੀ ਦੇਵਨ ਇੱਥੇ ਇੱਕ ਪਿੰਡ ਹੈ, ਉੱਥੇ ਸ਼ੁਰੂ ਸੀਗਾ ਕਿ ਇੱਥੇ ਅਸੀਂ ਕਾਰਖਾਨੇ ਖੋਲ੍ਹਣੇ ਆ। ਆਈਡੀਆ ਇਹੀ ਸੀ ਨਾ ਕਿ ਅਸੀਂ ਹੁਣ ਐਗਰੀਕਲਚਰ ਤੋਂ ਫੂਡ ਪ੍ਰੋਸੈਸਿੰਗ ਵੱਲ ਤੁਰੀਏ। ਪ੍ਰੈਕਟੀਕਲ ਗੱਲ ਤਾਂ ਇਹੀ ਹੈ ਨਾ, ਤਾਂ ਹੀ ਤੁਸੀਂ ਫੋਰਵਰਡ ਕਰੋਗੇ। ਜੇ ਅਸੀਂ ਉੱਥੇ ਹੀ ਰਵਾਂਗੇ ਤਾਂ ਇਸ ਤੋਂ ਜ਼ਿਆਦਾ ਤਾਂ ਆਪਣੀ ਇੱਥੇ ਐਗਰੀਕਲਚਰ ਹੋ ਹੀ ਨਹੀਂ ਸਕਦੀ। ਰਾਈਟ ਥਰੂ ਟੈਰਰਿਜ਼ਮ, ਰਾਈਟ ਥਰੂ ਕਰੋਨਾ, ਰਾਈਟ ਥਰੂ ਫਾਰਮਰਸ ਐਜੀਟੇਸ਼ਨ, ਸਾਡੇ ਖੇਤ ਕਦੀ ਖਾਲੀ ਨਹੀਂ ਸੀ, ਲੋਕੀ ਕੰਮ ਕਰ ਰਹੇ ਸੀ। ਆਪਟੀਮਮ ਹੋ ਰਿਹਾ ਇੱਥੇ ਪ੍ਰੋਡਕਸ਼ਨ, ਇਸ ਤੋਂ ਜ਼ਿਆਦਾ ਹੋ ਨਹੀਂ ਸਕਦਾ। ਹੁਣ ਅਗਲੀ ਸਟੈਪ 'ਤੇ ਉੱਤੇ ਅਸੀਂ ਤਿਆਰ ਹੈ। ਦੇਖੋ ਜੀ, ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰੂੰਗੀ, ਖਾਸ ਕਰਕੇ ਆਪਣੇ ਮੁਕਤਸਰ ਹਲਕੇ ਨੂੰ, ਕਿ ਢਾਂਚੇ ਦੇ ਵਿੱਚ ਮੈਨੂੰ ਬਣਾਇਓ, ਆਪੋਜੀਸ਼ਨ ਦੇ ਵਿੱਚ ਨਹੀਂ। ਡੈਡੀ ਨੂੰ ਇੱਕੋ ਵਾਰੀ, ਬਰਾੜ ਸਾਹਿਬ ਨੂੰ ਇੱਕੋ ਵਾਰੀ 1992 ਦੇ ਵਿੱਚ ਜਦ ਸਰਕਾਰ ਕਾਂਗਰਸ ਦੀ ਸੀ ਤਾਂ MLA ਬਣਾਇਆ, ਅਤੇ ਕੀ ਕੁਛ ਨਹੀਂ ਉਹਨਾਂ ਨੇ ਕਰਿਆ। ਨਹੀਂ ਤਾਂ ਸਾਨੂੰ ਹਮੇਸ਼ਾ ਵਿਰੋਧੀ ਧਿਰ ਦੇ ਵਿੱਚ ਬਿਠਾ ਦਿੰਦੇ ਨੇ, ਅਤੇ ਉਹਦੇ ਵਿੱਚ ਫਿਰ ਹੱਥ ਬੰਨੇ ਹੁੰਦੇ। ਅਸੀਂ ਲੋਕਾਂ ਨੂੰ ਬਚਾਉਣ 'ਚ ਲੱਗਦੇ, ਤਰੱਕੀ ਦਾ ਕੰਮ ਨਹੀਂ ਕਰ ਸਕਦੇ। ਆ ਪਿਛਲੇ 5 ਸਾਲ ਜਿਹੜੇ ਸੀ, ਜੇ ਮੈਂ ਕਿਤੇ ਜਿੱਤ ਜਾਂਦੀ, ਮੁਕਤਸਰ ਦੀ ਨੁਹਾਰ ਬਦਲ ਦੇਣੀ ਸੀ, ਕਿਉਂਕਿ ਮੈਂ ਡੈਡੀ ਦੀ ਡਾਟਰ ਇਨ ਲਾਅ ਹੈ। ਮੈਂ ਉਹੀ ਉਹਨਾਂ ਕੰਮ ਜਿਹੜੇ ਉਹਨਾਂ ਨੇ ਅਧੂਰੇ ਰਹਿ ਗਏ ਸੀ ਉਹ ਕਰਨੇ ਸੀ। ਮੈਂ ਤਾਂ ਜਗ੍ਹਾ ਜਗ੍ਹਾ ਇਹ ਗੱਲ ਕਹੀ, ਮਗਰ ਕਰੀਏ ਕਿ ਹੁਣ ਮੈਂ ਕਹਿੰਦੀ ਕੋਈ ਤੰਤਰ ਮੰਤਰ ਕਰੀਏ ਕਿ ਆਪਾਂ ਢਾਂਚੇ ਦੇ ਵਿੱਚ ਹੀ ਆ ਜਾਈਏ ਤਾਂ ਚੰਗੇ ਰਵਾਂਗੇ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ, ਕਿਉਂਕਿ ਯੂ ਹੈਵ ਸੋ ਮੈਨੀ ਪ੍ਰੋਗਰਾਮਸ ਐਂਡ ਬੜਾ ਤੁਹਾਨੂੰ ਅੱਗੇ ਜਿਹੜੇ ਪਹਿਲਾਂ ਹੀ ਤੁਸੀਂ ਲੇਟ ਚੱਲ ਰਹੇ ਹੋ, ਕਿਉਂਕਿ ਜਿਹੜਾ ਜਾਂਦਾ ਹਰੇਕ ਪਿਆਰ ਕਰਦਾ, ਹਰੇਕ ਟਾਈਮ ਲਗਾ ਦਿੰਦਾ। ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।